ਗੁਰੂ ਪਿਆਰੀ ਸਾਧ ਸੰਗਤ ਜੀ, ਦੁਨੀਆ ਨੂੰ ਤਾਰਦੇ ਹੋਏ ਬਾਬਾ ਨਾਨਕ ਜੀ ਜਦੋਂ ਭੂਟਾਨ ਦੇਸ਼ ਦੇ ਵਿੱਚ ਪਹੁੰਚੇ, ਉੱਥੋਂ ਦੇ ਕਾਮੀ ਰਾਜੇ ਨੂੰ, ਜੋ ਵਾਸ਼ਨਾ ਵਿੱਚ ਭਰਿਆ ਹੋਇਆ ਸੀ, ਜੋ ਵਿਵਚਾਰੀ ਸੀ, ਚਰਿੱਤਰਹੀਨ ਸੀ, ਮਹਾਰਾਜ ਨੇ ਕਿਵੇਂ ਉਹਨੂੰ ਸਿੱਖਿਆ ਦੇ ਕੇ ਉਹਦੀ ਗਤੀ ਕੀਤੀ। ਆਓ ਆਪਾਂ ਇਸ ਪਾਵਨ ਕਥਾ ਨੂੰ ਸਰਵਣ ਕਰਦੇ ਹਾਂ। ਦੇਸ਼ਾਂ ਵਿੱਚੋਂ ਇੱਕ ਦੇਸ਼ ਭੂਟਾਨ, ਜਿੱਥੇ ਮਹਾਰਾਜ ਪਹੁੰਚ ਗਏ। ਉੱਥੇ ਇੱਕ ਵੱਡਾ ਸਾਰਾ ਦਰਖਤ, ਉਹਦੀ ਛਾਂ ਸੰਘਣੀ ਰਮਣੀਕ ਜਗ੍ਹਾ ਮਾਣ ਕੇ ਮਹਾਰਾਜ ਨੇ ਰਾਜੇ ਦੇ ਨਗਰ ਦੇ ਬਿਲਕੁਲ ਨੇੜੇ ਜਾ ਕੇ ਡੇਰਾ ਲਾ ਲਿਆ। ਹੁਣ ਇਹ ਦੇਸ਼ ਦੇ ਰਾਜੇ ਤੋਂ ਲੋਕ ਜਿਹੜੇ ਬਹੁਤ ਦੁਖੀ ਸੀ, ਦੇਖੋ ਉਹ ਰਾਜਾ ਕਾਹਦਾ, ਜਿਹਦੇ ਤੋਂ ਉਸਦੀ ਪਰਜਾ ਹੀ ਦੁਖੀ ਹੋਵੇ। ਰਾਜ ਹੋਵੇ ਜੇਕਰ ਤਾਂ ਹੋਵੇ ਮਹਾਰਾਜਾ ਰਣਜੀਤ ਸਿੰਘ ਵਰਗਾ, ਅੱਜ ਵੀ ਸਾਰੇ ਯਾਦ ਕਰਦੇ। ਦੇਖੋ ਇਹ ਰਾਜਾ ਇੱਥੋਂ ਦਾ ਬੜਾ ਕਾਮੀ ਸੀ, ਪਰਾਈਆਂ ਇਸਤਰੀਆਂ ਦੇ ਨਾਲ ਸਦਾ ਹੀ ਰਹਿੰਦਾ ਸੀ। ਜਿਸ ਨਗਰ ਦੇ ਵਿੱਚ ਕੋਈ ਨੌਜਵਾਨ ਵਿਆਹ ਕਰਵਾਉਂਦਾ ਸੀ, ਉਹਦੀ ਘਰਵਾਲੀ ਪਹਿਲਾਂ ਆਪਦੇ ਪਤੀ ਦੇ ਘਰ ਨਹੀਂ ਸੀ ਆਉਂਦੀ। ਉਹ ਨਵੀਂ ਵਿਆਹੀ ਜਿਹੜੀ ਬੀਬੀ ਸੀ, ਉਹ ਔਰਤ, ਉਸਨੂੰ ਪਹਿਲਾਂ ਰਾਜੇ ਦੇ ਮਹਿਲਾਂ ਵਿੱਚ ਇੱਕ ਰਾਤ ਰੱਖਿਆ ਜਾਂਦਾ ਸੀ, ਫਿਰ ਅਗਲੀ ਸਵੇਰ ਉਸਨੂੰ ਵਾਪਸ ਆਪਣੇ ਪਤੀ ਦੇ ਕੋਲ ਭੇਜਿਆ ਜਾਂਦਾ ਸੀ। ਰਾਜੇ ਤੋਂ ਸਾਰੇ ਇਸ ਤਰ੍ਹਾਂ ਬਹੁਤ ਡਰਦੇ ਸੀ। ਹੁਣ ਡਰਦੇ ਮਾਰੇ ਕੋਈ ਕੁਝ ਕਹਿੰਦਾ ਨਹੀਂ ਸੀ। ਲੋੜ ਸੀ ਉਸਨੂੰ ਸਮਝਾਉਣ ਦੀ, ਸਿੱਖਿਆ ਦੇਣ ਦੀ। ਅੰਦਰੋਂ ਅੰਦਰੀ ਲੋਕੀ ਦੁਖੀ ਹੁੰਦੇ ਸੀ, ਅਰਦਾਸਾਂ ਕਰਦੇ ਸੀ ਕਿ ਕਦੀ ਤਾਂ ਕੋਈ ਆਵੇਗਾ ਜਿਹੜਾ ਸਾਡੀ ਅਰਦਾਸ ਸੁਣੇਗਾ। ਕਦੋਂ ਰਾਜੇ ਨੂੰ ਮੱਤ ਆਵੇਗੀ, ਅਕਲ ਆਵੇਗੀ। ਇਹ ਰਾਜੇ ਨੂੰ ਸਮੱਤ ਦੇਣ ਵਾਸਤੇ ਬਾਬਾ ਨਾਨਕ ਜੀ ਆਏ। ਉਹਦੀ ਨਗਰੀ ਦੇ ਬਾਰ-ਬਾਰ ਡੇਰਾ ਲਾਇਆ। ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰਨ ਲਈ ਆਈਆਂ ਕਿ ਕੋਈ ਫਕਰ ਫਕੀਰ, ਕੋਈ ਸਾਧੂ ਨੇ ਜਿਹੜੇ ਕੁਝ ਗਾਉਂਦੇ ਆ, ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਗੁਰੂ ਜੀ ਦੇ ਚਰਨਾਂ ਤੇ ਸੀਸ ਨਵਾਇਆ। ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਉੱਤਮ ਉਪਦੇਸ਼ ਦਿੱਤਾ ਤੇ ਆਖਿਆ, ਭਾਈ ਡਰਨਾ ਨਹੀਂ। ਡਰ ਦੇ ਨਾਲ ਕੀ ਹੁੰਦਾ ਹੈ? ਬੰਦੇ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਵਾਸਾ ਨਹੀਂ ਹੋ ਸਕਦਾ। ਈਸ਼ਵਰ ਦਾ ਨਾਮ ਜਪਿਆ ਕਰੋ ਭੈ ਤੋਂ ਰਹਿਤ ਹੋ ਕੇ। ਡਰ ਦੇਣਾ ਵੀ ਪਾਪ ਹੈ, ਡਰ ਲੈਣਾ ਵੀ ਪਾਪ ਹੈ। ਕਿਸੇ ਦਾ ਕਿਸੇ ਨੂੰ ਡਰਾਉਣਾ ਵੀ ਗੁਨਾਹ ਹੈ, ਕਿਸੇ ਤੋਂ ਡਰਨਾ ਵੀ ਗੁਨਾਹ ਹੈ। ਇਹ ਵੀ ਪਾਪਾਂ ਵਿੱਚ ਹੀ ਆਉਂਦਾ ਹੈ। ਜਦੋਂ ਮਰਦਾਂ ਨੇ ਗੁਰੂ ਜੀ ਦੇ ਨਿਰਮਲ ਤੇ ਕੋਮਲ ਬਚਨ ਸੁਣੇ, ਸਾਰੇ ਮਿਲ ਕੇ ਬਹੁਤ ਬਸਤਰ, ਕੱਪੜੇ, ਭੋਜਨ ਆਦਿ ਚੀਜ਼ਾਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਹੁੰਦੀਆਂ ਨੇ, ਸਾਰੀਆਂ ਹੀ ਲੈ ਕੇ ਸਤਿਗੁਰੂ ਮਹਾਰਾਜ ਦੀ ਬੜੀ ਸੇਵਾ ਕੀਤੀ। ਪਰ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਉਹ ਰੱਤੀ ਭਰ ਵੀ, ਰਾਈ ਭਰ ਵੀ ਵਸਤੂ ਨਹੀਂ ਲੈਣਗੇ। ਸਾਰੀਆਂ ਵਸਤੂਆਂ ਉਹਨਾਂ ਨੇ ਮੋੜ ਦਿੱਤੀਆਂ। ਉੱਥੇ ਕਈ ਦਿਨ ਬਤੀਤ ਕੀਤੇ। ਨਗਰ ਦੇ ਵਿੱਚ ਏਦਾਂ ਕੀਰਤੀ ਫੈਲ ਗਈ ਕਿ ਮਹਾਂਪੁਰਖ ਕੋਈ ਪੂਰਨ ਸੰਤ ਨੇ, ਉਹ ਭਗਵਾਨ ਤੋਂ ਬਿਨਾਂ ਕਿਸੇ ਹੋਰ ਚੀਜ਼ ਦੀ ਪਰਵਾਹ ਨਹੀਂ ਕਰਦੇ। ਉਹਨਾਂ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਹੀਂ ਹੈ। ਬੇਪਰਵਾਹ ਬੜੇ ਨੇ। ਉਹਨਾਂ ਦੇ ਬਚਨ ਬੜੇ ਸੁਖਦਾਈ ਹਨ। ਰਾਜੇ ਦੇ ਕੋਲ ਵਜ਼ੀਰਾਂ ਨੇ ਜਾ ਕੇ ਜਦੋਂ ਸ਼ੋਭਾ ਕੀਤੀ ਤਾਂ ਕਿ ਬਾਹਰ, ਆਪਣੇ ਪਿੰਡ ਦੇ ਬਾਹਰ ਇੱਕ ਸਾਧੂ ਆਏ ਹਨ, ਸੰਤ ਆਏ ਹਨ, ਚਲੋ ਉਹਨਾਂ ਦੇ ਦਰਸ਼ਨ ਕਰ ਲਈਏ। ਸੁਣਿਆ ਉਹਨਾਂ ਦੇ ਬਚਨ ਸੁਣਨ ਦੇ ਨਾਲ ਪਾਪ ਕੱਟੇ ਜਾਂਦੇ, ਮਿਟ ਜਾਂਦੇ ਹਨ। ਜਦੋਂ ਮਨੁੱਖ ਵਾਰ-ਵਾਰ ਇੱਕ ਹੀ ਗੱਲ ਕਹਿ ਰਹੇ ਕਿ ਸੰਤ ਆਏ ਹਨ, ਸੰਤ ਆਏ ਹਨ, ਹੁਣ ਰਾਜੇ ਦੇ ਮਨ ਵਿੱਚ ਉਹਨਾਂ ਦੇ ਦਰਸ਼ਨ ਕਰਨ ਲਈ ਇੱਕ ਜਿਗਿਆਸਾ ਉੱਠੀ। ਉਸਨੇ ਸੋਚਿਆ ਕਿ ਚਲੋ ਮੈਂ ਵੀ ਦੇਖ ਲਵਾਂ ਕਿਹੜੇ ਐਸੇ ਸੰਤ ਜਿਸ ਦੀ ਸ਼ੋਭਾ ਸਾਰੀ ਪ੍ਰਜਾ ਵਿੱਚ ਫੈਲ ਚੁੱਕੀ ਹੈ। ਕੌਣ ਹਨ ਉਹ ਸੰਤ? ਇਹ ਜਾ ਕੇ ਦੇਖਣਾ ਪਵੇਗਾ। ਵਜ਼ੀਰਾਂ ਨੂੰ ਆਖਿਆ ਕਿ ਤਿਆਰੀਆਂ ਕਰੋ, ਚਲੋ ਲਿਜਾਣ ਵਾਸਤੇ ਕੋਈ ਸਾਧੂ ਸੰਤਾਂ ਦੀ ਨਿਗਰਾਨੀ ਲੈ ਚੱਲਦੇ ਹਾਂ। ਫਿਰ ਉਹਨਾਂ ਨੇ ਕਿਹਾ ਕਿ ਉਹ ਤਾਂ ਕੁਝ ਵੀ ਨਹੀਂ ਲੈਂਦੇ। ਪਰ ਰਾਜੇ ਨੇ ਆਖਿਆ ਕਿ ਮੈਂ ਤਾਂ ਰਾਜਾ ਹਾਂ, ਮੇਰਾ ਹੱਕ ਬਣਦਾ ਹੈ, ਮੈਂ ਉਹਨਾਂ ਨੂੰ ਦਵਾਂਗਾ। ਕੁਝ ਨਾ ਕੁਝ ਤਾਂ ਖਾਲੀ ਹੱਥ ਜਾਣਾ ਤਾਂ ਸੁਣਿਆ ਠੀਕ ਵੀ ਨਹੀਂ ਹੁੰਦਾ। ਰਾਜਾ ਗੁਰੂ ਜੀ ਦੇ ਪਾਸ ਆ ਗਿਆ ਤੇ ਨਾਲ ਕੀ ਲਿਆਇਆ? ਬਸਤਰ, ਭੋਜਨ, ਕੀਮਤੀ ਗਹਿਣੇ, ਜੋ ਰਾਜੇ ਦੇ ਪਾਸ ਜੋ ਵੀ ਮਹਿੰਗੀਆਂ ਚੀਜ਼ਾਂ ਹੁੰਦੀਆਂ ਹਨ, ਉਹ ਸਭ ਲਿਆਇਆ। ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਤੇ ਨਿਮਰ ਬਚਨ ਹੋ ਕੇ ਬੇਨਤੀ ਕੀਤੀ। ਕਹਿੰਦਾ, ਸੰਤ ਜੀ, ਪਹਿਲੀ ਵਾਰ ਆਪ ਜੀ ਦੇ ਦਰਸ਼ਨ ਹੋ ਰਹੇ ਹਨ
ਪਹਿਲਾਂ ਤਾਂ ਇਸ ਨਗਰੀ ਵਿੱਚ, ਇਸ ਦੇਸ਼ ਵਿੱਚ ਆਪ ਜੀ ਨੂੰ ਕਦੇ ਨਹੀਂ ਵੇਖਿਆ। ਆਪ ਜੀ ਪਰਦੇਸੀ ਜਾਪਦੇ ਹੋ। ਇਉਂ ਕਰੋ, ਇਹ ਮੇਰੇ ਵੱਲੋਂ ਉਪਹਾਰ ਅੰਗੀਕਾਰ ਕਰੋ। ਆ ਵਧੀਆ ਭੋਜਨ ਹੈ, ਇਸ ਨੂੰ ਛਕ ਲਵੋ। ਮਹਾਰਾਜ ਸੰਤ ਜੀ, ਇਹ ਭੋਜਨ ਪ੍ਰਸ਼ਾਦਾ ਛਕੋ। ਸਰੀਰ ਉੱਤੇ ਸੋਹਣੇ ਕੱਪੜੇ ਬਸਤਰ ਪਹਿਨੋ। ਤੁਸੀਂ ਸੰਤ ਰੂਪ ਹੋ, ਗੁਣਾਂ ਦੇ ਘਰ ਹੋ। ਹੁਣ ਦੇਖੋ ਸਾਧ ਸੰਗਤ ਜੀ, ਰਾਜਾ ਆਪਣੇ ਵੱਲੋਂ ਮਹਾਰਾਜ ਨੂੰ ਭੇਟਾਵਾਂ ਦੇ ਰਿਹਾ, ਪਰ ਗੁਰੂ ਸਾਹਿਬ ਨੇ ਕੀ ਬਚਨ ਕੀਤੇ, ਇਹ ਵਸਤਾਂ ਸਾਡੇ ਕਿਸੇ ਕੰਮ ਨਹੀਂ। ਇਹ ਪ੍ਰਸ਼ਾਦਾ ਹੁਣ ਤੁਸੀਂ ਤਿਆਰ ਕਰ ਲਿਆ, ਜਾ ਕੇ ਇਹਨਾਂ ਨੂੰ ਗਰੀਬਾਂ ਦੇ ਵਿੱਚ ਵੰਡ ਦਿਓ। ਅਸੀਂ ਸਾਰੀਆਂ ਵਸਤੂਆਂ ਨਾਲ ਤ੍ਰਿਪਤ ਹਾਂ, ਸਾਨੂੰ ਕਿਸੇ ਚੀਜ਼ ਦੀ ਵੀ ਇੱਛਾ ਨਹੀਂ। ਥੋੜਾ ਸਮਾਂ ਇੱਥੇ ਤੁਹਾਡੇ ਇਲਾਕੇ 'ਚ ਰਹਾਂਗੀ, ਰੱਬ ਦਾ ਨਾਮ ਲਵਾਂਗੀ ਤੇ ਅੱਗੇ ਚਲੇ ਜਾਵਾਂਗੇ। ਹੁਣ ਦਿਲ ਵਿੱਚ ਸ਼ਰਧਾ ਆ ਗਈ। ਰਾਜੇ ਨੇ ਹੱਥ ਜੋੜ ਕੇ, ਪਰਜਾ ਦੇ ਨਾਥ, ਰਾਜੇ ਨੇ ਇਸ ਤਰ੍ਹਾਂ ਬਚਨ ਕਹੀ, ਵੇਖੋ ਤੁਸੀਂ, ਮੈਂ ਵੀ ਜਾਣਦਾ ਸੰਤ, ਤੁਹਾਨੂੰ ਕੋਈ ਪਰਵਾਹ ਨਹੀਂ। ਮੇਰੇ ਰਾਜ ਦਾ, ਮੇਰੇ ਖੁਦ ਦਾ ਏਦਾਂ ਭਲਾ ਨਹੀਂ ਹੋਵੇਗਾ। ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਸੰਤ ਸਦਾ ਹੀ ਪੂਰਨ ਪੁਕਾਰੀ ਹੁੰਦੇ ਹਨ। ਮੇਰਾ ਭਲਾ ਕਰ ਦਿਓ, ਮੇਰੀ ਭੇਟਾ ਸਵੀਕਾਰ ਕਰ ਲਿਓ। ਇਸ ਤਰ੍ਹਾਂ ਨਾ ਕਰੋ, ਕਿਉਂਕਿ ਸਾਰੇ ਪਿੰਡ ਦੇ ਲੋਕਾਂ ਨੇ ਕਹਿ ਦਿੱਤਾ ਸੀ ਕਿ ਨਗਰ ਦੇ ਜਿਹੜੇ ਮਹਾਂਪੁਰਖ ਆਏ ਹਨ ਉਹ ਕੁਝ ਨਹੀਂ ਲੈਂਦੇ। ਤੇ ਰਾਜੇ ਨੇ ਆਖਿਆ, ਇਹ ਕਿਵੇਂ ਹੋ ਜਾਏਗਾ ਕਿ ਮੇਰੀ ਭੇਟਾ ਮੋੜ ਦੇਣਗੇ? ਮੈਂ ਤਾਂ ਇੱਥੋਂ ਦਾ ਰਾਜਾ ਹਾਂ, ਤੁਸੀਂ ਤਾਂ ਗਰੀਬ ਲੋਕ ਹੋ ਸਕਦਾ ਹੈ ਤੁਹਾਡਾ ਕੁਝ ਨਾ ਲੈਣ, ਪਰ ਮੇਰਾ ਜ਼ਰੂਰ ਮੈਂ ਅਰਪਣ ਕਰਾਂਗਾ ਤੇ ਉਹ ਲੈਣਗੇ। ਇਹ ਰਾਜੇ ਅੰਦਰ ਸੁਖਮ ਹੋਮੇ ਸੀਗੀ। ਆਖਿਆ, ਕਿਵੇਂ ਮਨਾ ਕਰ ਦੇਣ, ਮੈਂ ਕੀਮਤੀ ਚੀਜ਼ਾਂ ਲੈ ਕੇ ਜਾਵਾਂਗਾ। ਤੁਸੀਂ ਤਾਂ ਸਸਤੇ ਕੱਪੜੇ ਦਿੱਤੇ ਹੋਣਗੇ, ਸਧਾਰਨ ਭੋਜਨ ਦਿੱਤਾ ਹੋਵੇਗਾ, ਪਰ ਜਾਣਦੇ ਨਹੀਂ, ਗੁਰੂ ਨਾਨਕ ਸਾਹਿਬ ਜੀ ਤਾਂ ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਜੀ ਦੇ ਵਰਗਿਆਂ ਦੇ ਘਰ ਜਾਂਦੇ ਸਨ, ਜਿਨ੍ਹਾਂ ਦੇ ਘਰ ਵਿੱਚ ਸੱਚੀ ਸੋਚੀ ਕੀਰਤ ਹੈ। ਤੇ ਮਹਾਰਾਜ ਨੇ ਕਿਹਾ ਕਿ ਭਾਈ, ਇਹ ਤੁਹਾਡੀ ਭੇਟਾ ਅਸੀਂ ਸਵੀਕਾਰ ਨਹੀਂ ਕਰ ਸਕਦੇ। ਰਾਜਾ ਹੱਥ ਜੋੜ ਕੇ ਕਹਿੰਦਾ, ਮਹਾਰਾਜ, ਮੈਂ ਤਾਂ ਆਪ ਜੀ ਦੇ ਦਰਸ਼ਨ ਕਰਨ ਲਈ ਆਇਆ ਹਾਂ, ਮੈਂ ਆਪ ਜੀ ਦੀ ਵਡਿਆਈ ਬੜੀ ਸੁਣੀ ਹੈ। ਤਾਂ ਮਹਾਰਾਜ ਨੇ ਆਖਿਆ ਕਿ ਰਾਜਨ, ਕੀ ਤੂੰ ਆਪਣਾ ਭਲਾ ਚਾਹੁੰਦਾ ਹੈ? ਤਾਂ ਰਾਜੇ ਨੇ ਜਵਾਬ ਦਿੱਤਾ ਕਿ ਹਾਂਜੀ, ਬਿਲਕੁਲ ਮੈਂ ਆਪਣਾ ਭਲਾ ਚਾਹੁੰਦਾ ਹਾਂ, ਮੇਰਾ ਭਲਾ ਹੋਵੇ। ਫਿਰ ਮਹਾਰਾਜ ਨੇ ਆਖਿਆ, ਜਿਹੜੇ ਪਾਪ ਕਮਾਉਣਾ, ਜਿਹੜਾ ਵਿਚਾਰ ਕਰਦਾ ਪਰਾਈਆਂ ਇਸਤਰੀਆਂ ਦੇ ਨਾਲ, ਉਹਨੂੰ ਛੱਡਣਾ ਪਵੇਗਾ। ਭਾਵ ਕਿ ਮਹਾਰਾਜ ਨੇ ਸਭ ਕੁਝ ਦੱਸ ਦਿੱਤਾ ਉੱਥੇ ਬੈਠਿਆਂ ਨੇ ਹੀ। ਜਦੋਂ ਕੋਈ ਨਵੀਂ ਵਿਆਹੀ ਔਰਤ ਆਉਂਦੀ ਆ, ਦੁਲਹਨ ਆਉਂਦੀ ਹੈ, ਤੇਰੇ ਘਰ ਦੇ ਮਹਿਲਾਂ ਵਿੱਚ ਉਹਦਾ ਡੋਲਾ ਹੁੰਦਾ ਹੈ, ਤੂੰ ਪਰਾਈਆਂ ਇਸਤਰੀਆਂ ਦਾ ਰਮਨ ਕਰਦਾ ਹੈ। ਸਾਡਾ ਬਚਨ ਮੰਨ, ਪਹਿਲਾਂ ਇਹ ਪਾਪ ਕਰਨੇ ਛੱਡ, ਫਿਰ ਹੀ ਤੇਰਾ ਭਲਾ ਹੋਣਾ ਹੈ। ਇਹਨਾਂ ਤੋਂ ਬਿਨਾਂ ਤੇਰਾ ਭਲਾ ਨਹੀਂ ਹੋਣਾ। ਦੁਨਿਆਵੀ ਲੋਕ ਨੇ ਇਹ, ਜਿਹੜੇ ਤੇਰੀ ਪਰਜਾ ਦੇ ਲੋਕ ਹਨ, ਉਹ ਤੇਰੇ ਤੋਂ ਬਹੁਤ ਦੁਖੀ ਨੇ, ਪਰ ਉਹ ਤੇਰੇ ਕੋਲੋਂ ਡਰਦੇ ਨੇ। ਤੇਰੇ ਕੋਲ ਸੈਨਾ ਹੈ, ਉਹ ਗਰੀਬ ਨੇ ਹੱਥੇ ਮਾਰੇ, ਕੁਝ ਨਹੀਂ ਕਰ ਸਕਦੇ, ਪਰ ਅੰਦਰੋਂ ਅੰਦਰੀ ਤੈਨੂੰ ਬਦਸੀਸਾਂ ਦਿੰਦੇ ਨੇ। ਅਸੀਂ ਤੇਰੇ ਇਹ ਭੋਜਨ ਛਕ ਵੀ ਲਵਾਂਗੇ, ਇਹਨਾਂ ਗਰੀਬਾਂ ਦੀਆਂ ਬਦਸੀਸਾਂ ਤੈਨੂੰ ਲੱਗੀ ਜਾਣਗੀਆਂ। ਕਿੱਥੋਂ ਤੇਰਾ ਭਲਾ ਹੋਵੇਗਾ? ਸਾਡਾ ਬਚਨ ਮੰਨ ਲੈ, ਇਹ ਪਾਪ ਕਰਨੇ ਛੱਡ ਦੇ, ਹਰ ਪ੍ਰਕਾਰ ਫਿਰ ਤੇਰਾ ਭਲਾ ਹੋਵੇਗਾ। ਜੇ ਤੈਨੂੰ ਕੋਈ ਹੋਰ ਪਦਾਰਥ ਵੀ ਚਾਹੀਦਾ ਹੈ, ਅਸੀਂ ਵਾਹਿਗੁਰੂ ਨੂੰ ਕਹਿ ਕੇ ਉਹ ਵੀ ਦਵਾ ਦੇਵਾਂਗੇ। ਮਹਾਰਾਜ ਨੇ ਦੇਖੋ ਕਿੱਡੀ ਵੱਡੀ ਗੱਲ, ਇਹ ਪਿਆਰ ਨਾਲ ਹੀ ਉਸਨੂੰ ਸਮਝਾਇਆ। ਤੇ ਉਸ ਕਾਮੀ ਰਾਜੇ ਨੂੰ ਇਹ ਸੁਣ ਕੇ ਰਾਜੇ ਦੀ ਸ਼ਰਧਾ ਵੱਧ ਗਈ। ਰਾਜੇ ਦੀ ਸ਼ਰਧਾ ਕਿਉਂ ਨਾ ਵਧੀ? ਕਿਉਂਕਿ ਇੱਥੇ ਬੈਠੇ ਹੀ ਉਹਨਾਂ ਨੇ ਸਭ ਕੁਝ ਦੱਸ ਦਿੱਤਾ ਸੀ। ਰਾਜੇ ਨੇ ਸ਼ਰਧਾ ਵਧਾਈ ਸਿੱਖ ਹੋਣ ਲਈ। ਇਸ ਤਰ੍ਹਾਂ ਕਿਹਾ ਕਿ ਮੇਰਾ ਚੰਚਲ ਮਨ ਵਿਸ਼ਿਆਂ ਵਿੱਚ ਲਪਟਿਆ ਹੈ, ਇਸਤਰੀ ਰਸ ਤੋਂ ਕਦੇ ਵੀ ਤ੍ਰਿਪਤ ਨਹੀਂ ਸੀ। ਮਹਾਰਾਜ, ਮੈਨੂੰ ਨਿਤ ਨਿਤ ਲਾਲਸਾ ਵਧਦੀ ਜਾਂਦੀ ਹੈ, ਜਿਵੇਂ ਲੱਕੜਾਂ ਪਾਉਣ ਨਾਲ ਅਗਨੀ ਹੋਰ ਭਟਕਦੀ ਹੈ। ਅੱਗ ਦਾ ਸੁੱਕੀਆਂ ਚੀਜ਼ਾਂ ਨਾਲ ਮੋਹ ਹੁੰਦਾ ਹੈ, ਜਿੰਨਾ ਮਰਜ਼ੀ ਲੱਕੜਾਂ ਪਾਈ ਚੱਲੋ ਤੇ ਭਖਦੀ ਆ। ਆਪਣਾ ਉਪਦੇਸ਼ ਮਹਾਰਾਜ ਮੈਨੂੰ ਦੇ ਦਿਓ। ਇਹ ਕਾਮ ਵਾਸ਼ਨਾ ਮੇਰੇ ਅੰਦਰ ਬਹੁਤ ਜ਼ਿਆਦਾ ਪ੍ਰਬਲ ਹੋ ਰਹੀ ਹੈ, ਕਿਰਪਾ ਕਰੋ, ਮੇਰੇ ਮਨ ਨੂੰ ਮੋੜੋ। ਮੇਰਾ ਮਨ ਮੁੜ ਗਿਆ ਤੇ ਮੈਂ ਵੀ ਮੁੜ ਜਾਵਾਂਗਾ। ਮੈਂ ਪਾਪਾਂ ਵੱਲੋਂ ਦੂਰ ਹੋ ਜਾਵਾਂਗਾ, ਮੈਂ ਪਾਪ ਨਹੀਂ ਕਰਾਂਗਾ। ਰਾਜੇ ਦੇ ਬਚਨ ਸੁਣ ਕੇ ਗੁਰੂ ਪਾਤਸ਼ਾਹ ਜੀ ਨੇ ਬਹੁਤ ਵਿਰਾਗਮਈ ਬਚਨ ਕਹੇ
ਤੇ ਕਹਿਣ ਲੱਗੇ ਕਿ ਰਾਜਾ, ਇਸਤਰੀ ਵਿੱਚ ਕਿਹੜੀ ਗੱਲ ਤੁਸਾਂ ਨੇ ਵੇਖੀ ਹੈ? ਭਾਵ ਪਰਮਾਤਮਾ ਨੇ ਇਹ ਸੁੰਦਰ ਦੇਹਾਂ ਰਚੀਆਂ ਨੇ, ਪਰ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ, ਪਰਾਈ ਔਰਤ ਦੇ ਨਾਲ ਰਮਨ ਕਰਦੇ ਹੋ, ਕਿਹੜੀ ਗੱਲ ਹੈ ਜਿਹੜੀ ਤੁਸੀਂ ਉਸ ਵਿੱਚ ਵੇਖੀ ਹੈ, ਜਿਹੜੀ ਪ੍ਰੀਤ ਵਧਾ ਲਈ? ਜਿਨ੍ਹਾਂ ਅੱਖਾਂ ਨੂੰ ਕਹਿੰਦੇ ਹੋ ਕਮਲ ਵਰਗੀਆਂ ਹਨ, ਇਹਨਾਂ ਵਿੱਚ ਗਿੱਡ ਵੀ ਹੁੰਦੀ ਹੈ। ਮਹਾਰਾਜ ਨੇ ਉਹਦੀ ਵਾਸ਼ਨਾ ਨੂੰ ਦੂਰ ਕਰਨ ਲਈ ਸਾਧ ਸੰਗਤ ਜੀ, ਜੋ ਸਰੀਰ ਦੇ ਵਿੱਚ ਗੰਦਗੀ ਵੀ ਹੁੰਦੀ ਹੈ, ਉਹਦਾ ਜ਼ਿਕਰ ਕੀਤਾ, ਉਹਦਾ ਮਨ ਮੁੜਾਵੇ। ਮਹਾਰਾਜ ਕਹਿੰਦੇ, ਜਿਹੜੀਆਂ ਇਸਤਰੀਆਂ ਨੂੰ ਕਹਿੰਦਾ ਹੈ ਇਹਨਾਂ ਦੀਆਂ ਕਮਲ ਤੇ ਫੁੱਲ ਵਰਗੀਆਂ ਅੱਖਾਂ ਹਨ, ਉਹਨਾਂ ਦੇ ਵਿੱਚ ਗਿੱਡ ਵੇਖ ਕੇ ਤੈਨੂੰ ਨਫ਼ਰਤ ਨਹੀਂ ਹੁੰਦੀ? ਕਿਸ ਤਰ੍ਹਾਂ ਗਿੱਡ ਆਉਂਦੀ ਹੈ? ਜੇ ਤੂੰ ਇਸਤਰੀ ਦੇ ਸਰੀਰ ਨੂੰ ਦੇਖੇਗਾ, ਧਿਆਨ ਦੇ ਨਾਲ ਗਹਿਰਾਈ ਦੇ ਵਿੱਚ ਜਾ ਕੇ ਦੇਖੇਗਾ ਕਿ ਉੱਥੇ ਮਿੱਝ ਹੈ, ਮਾਸ ਹੈ, ਲਹੂ ਹੈ, ਚੰਮ ਤੇ ਪਾਣੀ ਦੇ ਬਗੈਰ ਉਸ ਅੰਦਰ ਹੋਰ ਕੁਝ ਵੀ ਨਹੀਂ ਹੈ। ਰਾਜਾ ਧਿਆਨ ਨਾਲ ਸੁਣੀ ਜਾਂਦਾ। ਮਹਾਰਾਜ ਬਚਨ ਕਰ ਰਹੇ, ਕਹਿੰਦੇ ਹੋਰ ਅੰਗਾਂ ਬਾਰੇ ਵੀ ਸੁਣ। ਮੁਖੜੇ ਨੂੰ ਤੂੰ ਕਹਿੰਦਾ ਹੋਵੇਗਾ ਕਿ ਇਸਤਰੀ ਦਾ ਚੰਦ ਵਰਗਾ ਹੈ, ਇਹਦੇ ਵਿੱਚ ਵੀ ਚਰਬੀ ਹੈ, ਲਹੂ ਲਪੇਟਿਆ ਚੰਮ ਹੈ, ਗੋਰਾ ਰੰਗ ਵੇਖ ਕੇ ਤੂੰ ਸੁੰਦਰ ਕਹਿਣਾ ਹੈ। ਇਹਨਾਂ ਵਸਤੂਆਂ ਬਗੈਰ ਸਰੀਰ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਇਹੀ ਚੀਜ਼ ਬਾਹਰ ਪਈ ਹੋਵੇ ਤਾਂ ਬੰਦੇ ਨੂੰ ਵੇਖ ਕੇ ਉਲਟੀ ਆ ਜਾਂਦੀ ਹੈ, ਖਾਧਾ ਪੀਤਾ ਸਭ ਬਾਹਰ ਨਿਕਲ ਜਾਂਦਾ ਹੈ। ਇਹੀ ਤੂੰ ਕਹਿਣਾ ਹੈ ਕਿ ਦੰਦ ਕਲੀਆਂ ਵਰਗੇ ਨੇ, ਇਹਨਾਂ ਨੂੰ ਮਾਸ ਤੋਂ ਬਿਨਾਂ ਹੱਡੀਆਂ ਹੀ ਜਾਣ। ਮੂੰਹ ਦੇ ਵਿੱਚ ਥੁੱਕ ਹੁੰਦਾ ਹੈ, ਸਰੀਰ ਤੇ ਪੇਟ ਦੇ ਵਿੱਚ ਬੈਸਟਾ ਹੁੰਦੀ ਹੈ। ਜਦੋਂ ਇਹ ਦੰਦ ਮੂੰਹ ਵਿੱਚੋਂ ਟੁੱਟ ਜਾਂਦੇ ਆ, ਇਹਨਾਂ ਨੂੰ ਕੋਈ ਹੱਥ ਵੀ ਨਹੀਂ ਲਾਉਣਾ ਚਾਹੁੰਦਾ। ਇਹਨਾਂ ਦੰਦਾਂ ਨੂੰ ਤੂੰ ਮੋਤੀਆਂ ਵਰਗੇ ਕਹਿੰਦਾ ਹੈ। ਮੁੱਖ ਦੇ ਵਿੱਚੋਂ ਦੰਦ ਟੁੱਟ ਜਾਵੇ ਤਾਂ ਉਹਨਾਂ ਨੂੰ ਰੱਖਿਆ ਵੀ ਨਹੀਂ ਜਾਂਦਾ, ਅਸੀਂ ਆਪ ਸੁੱਟ ਦਿੰਦੇ ਹਾਂ। ਇਸ ਪ੍ਰਕਾਰ ਦੀ ਹੁੰਦੀ ਹੈ ਬੀਬੀਆਂ ਔਰਤਾਂ ਦੀ ਦੇਹ ਦੇ ਵਿੱਚ ਮਲ ਮੂਤਰ ਤੇ ਦੁਰਗੰਧ ਵੀ ਹੁੰਦੀ ਹੈ, ਫਿਰ ਹੀ ਉਹ ਬਾਹਰ ਹੁੰਦਾ ਹੈ। ਸਾਧ ਸੰਗਤ ਜੀ, ਜੋ ਪੇਟ ਵਿੱਚ ਹੈ, ਅੰਨੀ ਬੁੱਧੀ ਵਾਲੇ ਕਿਹੜੀ ਚੀਜ਼ ਨੂੰ ਦੇਖ ਕੇ ਲੁਭਾਏਮਾਨ ਹੋ ਜਾਂਦੇ ਹਨ। ਮਹਾਰਾਜ ਕਹਿੰਦੇ, ਮੂੰਹ ਦੇ ਵਿੱਚ ਥੁੱਕ ਹੁੰਦਾ ਹੈ ਬੀਬੀਆਂ ਇਸਤਰੀਆਂ ਦੇ, ਨਾਸਾਂ ਦੇ ਵਿੱਚ, ਨਾਸਕਾਂ ਦੇ ਵਿੱਚ ਜਿਹੜਾ ਨਜਲਾ ਹੁੰਦਾ ਹੈ, ਸਿਰ ਤੇ ਵਾਲਾਂ ਦਾ ਸਮੂਹ ਹੁੰਦਾ ਹੈ। ਰਾਜੇ ਦੇ ਹਿਰਦੇ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਆਉਂਦੀਆਂ? ਵਿਚਾਰ ਕਰ, ਮਾੜੀ ਬਿਰਤੀ ਦੇ ਨਾਲ ਇਹੋ ਜਿਹੀ ਨਾਰ ਨਾਲ ਤੇਰੀ ਕੀ ਪ੍ਰੀਤ ਹੋਈ ਹੈ ਜੋ ਪ੍ਰਤੱਖ ਤੌਰ ਤੇ ਇੰਨੀ ਮੈਲੀ ਹੈ? ਹੋਰ ਸੁਣੋ, ਮਹਾਰਾਜ ਨੇ ਆਖਿਆ। ਰਾਜਾ ਹੈਰਾਨ ਹੋਈ ਜਾਂਦਾ। ਜਿਵੇਂ ਜਿਵੇਂ ਬਾਬਾ ਨਾਨਕ ਜੀ ਉਪਦੇਸ਼ ਕਰੀ ਜਾਂਦੇ, ਤਿਵੇਂ ਤਿਵੇਂ ਜਿਹੜਾ ਉਹ ਰਾਜਾ ਸੀ, ਉਹਦੀ ਵਾਸ਼ਨਾ ਸਹਿਜੇ ਸਹਿਜੇ ਮਿਟੀ ਜਾਂਦੀ। ਮਹਾਰਾਜ ਨੇ ਆਖਿਆ, ਹੋਰ ਬਚਨ ਸੁਣੋ। ਜੋ ਇੰਨੀ ਮੈਲੀ ਹੈ, ਜਿਹੜੇ ਪਰਾਈ ਇਸਤਰੀ ਦੇ ਨਾਲ ਵਿਚਾਰ ਕਰਦੇ ਹਨ, ਉਹ ਨਰਕਾਂ ਨੂੰ ਪੈਂਦੇ ਹਨ। ਜਮਰਾਜ ਦੇ ਦੂਤ ਉਹਨੂੰ ਦੁੱਖ ਦਿੰਦੇ ਹਨ। ਉਸ ਪਾਪੀ ਨੂੰ ਬੰਨ੍ਹ ਕੇ ਗਰਮ ਲੋਹੇ ਦਾ ਤਪ ਤਪਾ ਕੇ ਉਸਦੇ ਗਲੇ ਲਾਉਂਦੇ ਹਨ। ਉਹ ਦੁਖੀ ਹੋ ਕੇ ਪੁਕਾਰਾਂ ਕਰਦਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੋਏ ਤੇ ਕਹਿਣ ਲੱਗੇ, ਪਤਾ ਨਹੀਂ ਦੁਨੀਆ ਨੂੰ ਕੀ ਹੋ ਗਿਆ ਹੈ, ਇਹ ਬਾਣੀ ਨੂੰ ਛੱਡ ਕੇ ਇਧਰਲੇ ਪਾਸੇ ਲੱਗੇ ਪਏ ਆ। ਨਾਨਕ ਦੁਨੀਆ ਕੈਸੀ ਹੋਈ, ਖਾਲਕ ਮਿੱਤ ਨਾ ਰਹਿਓ ਕੋਈ। ਇਹ ਦੁਨੀਆ ਨੂੰ ਕੀ ਹੋ ਗਿਆ ਹੈ, ਸੰਸਾਰ ਨੂੰ ਕੀ ਹੋ ਗਿਆ ਹੈ, ਕਿੱਧਰ ਨੂੰ ਤੁਰ ਪਈ। ਸੰਸਾਰ ਭਾਵ ਕੇ ਤੂੰ ਰਾਜਾ ਸੀ, ਰਾਜੇ ਦਾ ਕੰਮਕਾਜ ਹੁੰਦਾ ਹੈ ਪ੍ਰਜਾ ਦੀ ਰਾਖੀ ਕਰਨੀ, ਤੇ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਏ। ਤੇ ਜੇ ਰਾਜੇ ਪਾਪ ਕਮਾਈ ਜਾਣਗੇ, ਜਿਹੜੀ ਵਾੜ ਹੈ ਖੇਤ ਦੀ ਰਾਖੀ ਸੀ, ਉਲਟਾ ਖੇਤ ਨੂੰ ਖਾਈ ਜਾਵੇਗੀ, ਤਾਂ ਫਿਰ ਕਿਵੇਂ ਉਹਦਾ ਭਲਾ ਹੋਵੇਗਾ? ਰਾਜਨ, ਤੂੰ ਤਾਂ ਇਹਨਾਂ ਦੀ ਰਾਖੀ ਕਰਨੀ ਸੀ, ਤੂੰ ਤਾਂ ਨਵੀਆਂ ਵਿਆਹੀਆਂ ਔਰਤਾਂ ਦਾ ਸਤਿਕਾਰ ਕਰਨਾ ਸੀ, ਤੂੰ ਤਾਂ ਆਪ ਹੀ ਵਿਚਾਰੀ ਹੋ ਗਿਆ। ਪਾਪੀ ਕਰਮ ਕਵਾਮਦੇ ਕਰਦੇ ਹਾਏ ਹਾਏ। ਤੇ ਇਹ ਜਿਹੜੇ ਫਿਰ ਇਸ ਤਰ੍ਹਾਂ ਕਰਨਗੇ, ਉਹਨਾਂ ਨੂੰ ਦਰਗਾਹ ਦੇ ਵਿੱਚ ਬੜਾ ਦੁੱਖ ਭੋਗਣਾ ਪੈਂਦਾ ਹੈ। ਜਿਵੇਂ ਮਧਾਣੀ ਦਹੀਂ ਨੂੰ ਰਿੜਕਦੀ ਹੈ, ਉਸੇ ਤਰ੍ਹਾਂ ਧਰਮ ਰਾਜਾ ਪਾਪੀਆਂ ਨੂੰ ਰਿੜਕ ਕੇ ਰੱਖ ਦਿੰਦਾ ਹੈ। ਯਾਦ ਰੱਖਣਾ, ਮਹਾਰਾਜ ਨੇ ਆਪਣੇ ਬਚਨ ਸਾਧ ਸੰਗਤ ਜੀ ਸ਼ਲੋਕ ਵਾਰਾਂ ਦੇ ਵਿੱਚ ਵਧੀਕ ਦੇ ਵਿੱਚ ਹਨ।
ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਕਾਮੀ ਬੰਦੇ ਨੂੰ ਹੁਣ ਛਿਣ ਭਰ ਦਾ ਸੁੱਖ ਜਿਹਾ ਹੁੰਦਾ ਕਿ ਚਲੋ 1-2 ਸਕਿੰਟ ਵਾਸਤੇ ਮੈਨੂੰ ਸੁੱਖ ਮਿਲ ਗਿਆ, ਪਰ ਬਹੁਤ ਦੇਰ ਤੱਕ ਨਰਕਾਂ ਦੇ ਵਿੱਚ ਦੁੱਖ ਮਿਲਦਾ ਹੈ, ਉਹਨੂੰ ਨਜ਼ਰ ਹੀ ਨਹੀਂ ਆਉਂਦਾ। ਹੁਣ ਸਮ੍ਰਿਤੀਆਂ ਪੜ੍ਹ ਲਵੀਂ, ਵੇਦ ਪੜ੍ਹ ਲਵੀਂ, ਪੁਰਾਣ ਪੜ੍ਹ ਲਵੀਂ, ਸਾਰਾ ਕੁਝ ਜੋ ਧਰਮ ਗ੍ਰੰਥ ਪੜ੍ਹ ਕੇ ਦੇਖ ਲਵੀਂ, ਉਹ ਵੀ ਇਹੀ ਗੱਲ ਕਹਿੰਦੇ ਹਨ। ਇਸ ਤਰ੍ਹਾਂ ਮਹਾਰਾਜ ਨੇ ਆਖਿਆ। ਜਦੋਂ ਰਾਜੇ ਨੇ ਕੰਨਾਂ ਦੇ ਨਾਲ ਵਚਨ ਸੁਣੇ, ਚਿੱਤ ਦੇ ਵਿੱਚ ਭਲੀ ਰੀਤ ਵਿਚਾਰ ਆਈ, ਆਪਣੇ ਪਾਪਾਂ ਨੂੰ ਭਾਰੀ ਸਮਝਿਆ ਤੇ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ। ਕਹਿੰਦੇ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਵੋ ਜੀ, ਮੈਂ ਕਿਸੇ ਤਰ੍ਹਾਂ ਦੀ ਕਿਰਤੀ ਨਹੀਂ ਕਰਾਂਗਾ। ਮਹਾਰਾਜ ਨੇ ਖੁਸ਼ ਹੋ ਕੇ ਬਚਨ ਕੀਤੇ ਕਿ ਰਾਜਨ ਸੁਣੋ, ਚਲੋ ਜੋ ਹੋ ਗਿਆ ਸੋ ਹੋ ਗਿਆ, ਆਗੇ ਸਮਝ ਚਲੋ। ਹੁਣ ਅੱਗੇ ਤੋਂ ਸਮਝ ਕੇ ਚੱਲੋ, ਅੱਗੇ ਤੋਂ ਕਦੀ ਵੀ ਪਾਪ ਨਹੀਂ ਕਰਨਾ। ਪਿਛਲੇ ਜੋ ਤੂੰ ਕੀਤੇ ਆ, ਗਰੀਬਾਂ ਵਿੱਚ ਲੰਗਰ ਲਾ ਕੇ ਆਪਣੀਆਂ ਕੀਤਿਆਂ ਗੁਨਾਹਾਂ ਦੀ ਮਾਫੀ ਮੰਗ। ਅਕਾਲ ਪੁਰਖ ਤੋਂ ਅਸੀਂ ਤੇਰੇ ਪਿਛਲੇ ਪਾਪ ਬਖਸ਼ਾ ਦਿੱਤੇ ਹਨ। ਹੁਣ ਤੂੰ ਮਨ ਲਾ ਕੇ ਸਤਿਨਾਮ ਦਾ ਸਿਮਰਨ ਕਰ, ਇੱਕ ਕਰਮ ਕਰ, ਉਹਦੇ ਨਾਲ ਤੇਰੇ ਪਿਛਲੇ ਪਾਪ ਧੋਤੇ ਜਾਣਗੇ। ਆਖਿਆ, ਬਾਬਾ ਜੀ ਉਹ ਕੀ ਕਰਮ ਹੈ ਜਿਸ ਨਾਲ ਮੇਰੇ ਪਿਛਲੇ ਪਾਪ ਕੱਟੇ ਜਾਣ? ਮਹਾਰਾਜ ਨੇ ਕਿਹਾ ਕਿ ਤੁਸੀਂ ਇਸ ਨਗਰ ਦੇ ਵਿੱਚ ਇੱਕ ਧਰਮਸ਼ਾਲਾ ਬਣਵਾਓ, ਸਾਧ ਸੰਗਤ ਕਰਿਆ ਕਰੋ, ਗੁਣਾਂ ਦੀ ਖਾਨ, ਹਰੀ ਕੀ ਮਹਿਮਾ, ਰੱਬ ਦਾ ਨਾਮ, ਅੱਲਾ ਅੱਲਾ, ਉਹਦਾ ਨਾਮ ਜਪਿਆ ਕਰੋ, ਵਾਹਿਗੁਰੂ ਦਾ ਨਾਮ ਜਪਿਆ ਕਰੋ। ਜਦੋਂ ਰਾਜੇ ਨੇ ਉਪਦੇਸ਼ ਸਿੱਖ ਲਿਆ, ਚਰਨਾਂ ਦੀ ਪਹੁਲ ਮਹਾਰਾਜ ਜੀ ਨੇ ਰਾਜੇ ਨੂੰ ਦਿੱਤੀ, ਬਹੁਤ ਮਨੁੱਖਾਂ ਨੂੰ ਆਪਣਾ ਸਿੱਖ ਬਣਾਇਆ, ਉਪਦੇਸ਼ ਦਿੱਤਾ। ਇਹ ਭੂਟਾਨ ਦੇਸ਼ ਦਾ ਰਾਜਾ ਜਿਹੜਾ ਵੀ ਕੁਕਰਮ ਕਰਦਾ ਸੀ, ਬਹੁਤ ਮੈਲੇ ਕਰਮ ਸੀ ਇਹਦੇ, ਸਾਰੇ ਮਹਾਰਾਜ ਨੇ ਛੁਡਵਾ ਦਿੱਤੇ। ਨਾਮ ਦਾਨ ਦਾ ਇਸ਼ਨਾਨ ਦ੍ਰਿੜ ਕਰਵਾਇਆ। ਕਈ ਦਿਨ ਮਹਾਰਾਜ ਇੱਥੇ ਹੀ ਰਹੇ। ਫਿਰ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਇੱਥੇ ਦੇਸ਼ ਦੇ ਵਿੱਚ ਕੇਵਲ ਚੌਲ ਤੇ ਪੱਛਮੀ ਹੁੰਦੀ ਹੈ, ਭਾਵ ਕਪਾਹ ਹੀ ਹੁੰਦੀ ਹੈ, ਕੋਈ ਹੋਰ ਅਨਾਜ ਪੈਦਾ ਹੀ ਨਹੀਂ ਹੁੰਦਾ। ਸੱਚੇ ਪਾਤਸ਼ਾਹ ਉਹ ਵੀ ਕਿਰਪਾ ਕਰ ਦਿਓ, ਮੇਰੀ ਪਰਜਾ ਸੁਖੀ ਵਸੇ, ਹੋਰ ਵੀ ਫਸਲਾਂ ਹੋਇਆ ਕਰਨ। ਪਾਤਸ਼ਾਹ ਜੀ ਨੇ ਭਗਤ ਦੀ ਬੇਨਤੀ ਸੁਣੀ ਤੇ ਬਚਨ ਕੀਤਾ ਕਿ ਫਿਕਰ ਨਾ ਕਰੋ, ਅੱਜ ਤੋਂ ਬਾਅਦ ਪਹਿਲਾਂ ਜੋ ਹੋਣਾ ਸੀ ਹੋ ਗਿਆ, ਪਰ ਹੁਣ ਸਾਰਾ ਅੰਨ ਪੈਦਾ ਹੋਵੇਗਾ। ਫਿਰ ਅੱਗੇ ਮਹਾਰਾਜ ਜੀ ਨੇ ਇੱਥੋਂ ਚੱਲਣ ਦੀ ਤਿਆਰੀ ਕੀਤੀ। ਭੂਟਾਨ ਦੇਸ਼ ਦੇ ਰਾਜੇ ਤੇ ਪਰਜਾ ਨੂੰ ਮਹਾਰਾਜ ਜੀ ਨੇ ਸੁਖੀ ਕੀਤਾ। ਜਿੱਥੇ ਜਿੱਥੇ ਵੀ ਬਾਬਾ ਨਾਨਕ ਜੀ ਜਾਂਦੇ, ਉੱਥੇ ਉੱਥੇ ਭਾਈ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ। ਵਧਾਈਆਂ ਗੁਰਸਿੱਖ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੇ। ਸਾਧ ਸੰਗਤ ਜੀ, ਇਹ ਸ਼ਬਦ ਹੈ, ਜਿਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੇ, ਗੁਰਸਿੱਖਾ ਮਨ ਵਧਾਈਆਂ। ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਬਾਬਾ ਨਾਨਕ ਜੀ ਦੇ ਦਰਸ਼ਨ ਕਰ ਲਏ, ਉਹਨਾਂ ਦੇ ਮਨ ਵਿੱਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਦੇਖੋ, ਜਿਵੇਂ ਇੱਥੋਂ ਦਾ ਰਾਜਾ ਵਿਚਾਰੀ ਸੀ, ਹੁਣ ਕਿ ਜਦੋਂ ਉਸਨੇ ਪਰਮਾਤਮਾ ਦੇ ਦਰਸ਼ਨ ਕਰ ਲਏ ਤਾਂ ਉਹ ਗੁਰੂ ਜੀ ਦਾ ਸਿੱਖ ਬਣ ਗਿਆ। ਜਦੋਂ ਮਹਾਰਾਜ ਨੇ ਬੇਨਤੀ ਕੀਤੀ ਕਿ ਉਹਨਾਂ ਨੇ ਅੱਗੇ ਜਾਣਾ ਹੈ, ਸਾਰੇ ਨਗਰ ਦੀਆਂ ਨਰ ਨਾਰੀਆਂ, ਬੀਬੀਆਂ, ਬੱਚੇ ਇਕੱਠੇ ਹੋ ਕੇ ਹੱਥ ਜੋੜ ਕੇ ਕਹਿਣ ਲੱਗੇ ਕਿ ਸੰਤ ਜੀ, ਗੁਰੂ ਜੀ, ਇਸ ਦੇਸ਼ ਵਿੱਚ, ਭੂਟਾਨ ਦੇਸ਼ ਵਿੱਚ ਹੀ ਰਹੋ, ਕਿਉਂਕਿ ਤੁਹਾਡੇ ਆਉਣ ਨਾਲ ਦੇਸ਼ ਪਵਿੱਤਰ ਹੋ ਗਿਆ ਹੈ। ਦੇਸ਼ ਵਿੱਚ ਬੜੀ ਖੁਸ਼ਹਾਲੀ ਆ ਗਈ ਹੈ, ਸਿੱਖੀ ਬੜੀ ਵਿਸ਼ਾਲ ਹੋ ਗਈ ਹੈ। ਕਿਰਪਾ ਕਰੋ ਮਹਾਰਾਜ, ਤੁਸੀਂ ਚੱਲਣ ਦੀ ਤਿਆਰੀ ਕਿਉਂ ਕਰ ਲਈ ਹੈ? ਕਿਰਪਾ ਕਰਕੇ ਇੱਥੇ ਹੀ ਰਹਿਣਾ ਕਰੋ। ਜਿੱਥੇ ਬਹੁਤ ਬੇਨਤੀਆਂ ਕੀਤੀਆਂ, ਜਿਵੇਂ ਬਹੁਤ ਬੇਨਤੀਆਂ ਕੀਤੀਆਂ, ਤੇ ਉਸ ਦਿਨ ਮਹਾਰਾਜ ਜੀ ਨੂੰ ਜਾਣ ਹੀ ਨਹੀਂ ਦਿੱਤਾ। ਜਦੋਂ ਜਾਣ ਹੀ ਨਹੀਂ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਹੁਣ ਜੇ ਮਹਾਰਾਜ ਦੇਖੋ ਇੱਕ ਥਾਂ ਤੇ ਕੇਵਲ ਟਿਕ ਕੇ ਰਹਿੰਦੇ ਤਾਂ ਮਹਾਰਾਜ ਸੁਲਤਾਨਪੁਰ ਲੋਧੀ ਦੀ ਆਪਾਂ ਗੱਲ ਕਰੀਏ, ਉਦਾਸੀਆਂ ਨਹੀਂ ਹੋਣੀਆਂ ਸੀ। ਜੇ ਜ਼ਿੰਦਗੀ ਵਿੱਚ ਮੋਦੀ ਖਾਨਾ ਹੀ ਸੰਭਾਲਦੇ ਰਹਿੰਦੇ ਤੇ 4 ਉਦਾਸੀਆਂ ਇਹਨਾਂ ਨੇ, ਲੋਕਾਂ ਦਾ ਭਲਾ ਕਿਵੇਂ ਹੁੰਦਾ? ਕੋਈ ਸਮਾਂ ਹੁੰਦਾ ਜਦੋਂ ਸਾਧੂ ਸੰਤ ਆ ਕੇ ਰਹਿੰਦੇ ਹਨ ਤੇ ਜਦੋਂ ਅੱਗੇ ਹੁਕਮ ਹੁੰਦਾ ਹੈ ਪਰਮੇਸ਼ਰ ਦਾ, ਫਿਰ ਉਹ ਅੱਗੇ ਚੱਲ ਪੈਂਦੇ ਹਨ। ਇੰਨਾ ਹੀ ਹੁਕਮ ਸੀ ਰੱਬ ਦਾ ਕਿ ਉਹ ਇੰਨਾ ਸਮਾਂ ਉਹਨਾਂ ਨੇ ਭੂਟਾਨ ਦੇਸ਼ ਵਿੱਚ ਰਹਿਣਾ ਸੀ। ਹੁਣ ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਮਹਾਰਾਜ ਅਲੋਪ ਹੋ ਕੇ ਉੱਥੋਂ ਚਲੇ ਗਏ। ਫਿਰ ਉੱਥੇ ਉਹਨਾਂ ਨੇ ਕਲਾ ਵਰਤਾ ਦਿੱਤੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅੱਗੇ ਜਾਣਾ ਪੈਣਾ ਸੀ। ਪਿੱਛੇ ਲੋਕ ਬੜੇ ਪਛਤਾਏ ਤੇ ਕਹਿਣ ਲੱਗੇ ਕਿ ਅਜੇ ਤਾਂ ਰੱਜ ਕੇ ਚੰਗੀ ਤਰ੍ਹਾਂ
ਦਰਸ਼ਨ ਵੀ ਨਹੀਂ ਹੋਏ ਸਨ, ਰਚ-ਰਚ ਕੇ ਸੇਵਾ ਵੀ ਨਹੀਂ ਕੀਤੀ। ਅਲਖ ਅਭੇਦ ਗੁਰੂ ਜੀ ਚਲੇ ਗਏ। ਕਹਿੰਦੇ ਹੁਣ ਕੀ ਕਰੀਏ, ਕਿਵੇਂ ਹੁਣ ਸਾਡਾ ਦਿਨ ਬਤੀਤ ਹੋਵੇਗਾ। ਯਾਦ ਆ ਗਈ ਸਾਰੀ ਮਰਿਆਦਾ ਗੁਰੂ ਸਾਹਿਬ ਜੀ ਨੇ ਇੱਥੇ ਧਰਮਸ਼ਾਲ ਬਣਵਾਈ। ਬਸ ਸਵੇਰੇ ਸ਼ਾਮ ਸਮੇਂ ਚੋਂ ਸਮਾਂ ਕੱਢ ਕੇ ਉਹਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਨੇ। ਜਦੋਂ ਮਹਾਰਾਜ ਦੇ ਆਖੇ ਬਚਨ ਯਾਦ ਆਏ ਕਿ ਜਦੋਂ ਨਾਮ ਜਪਿਆ ਕਰੋਗੇ ਰਸ ਆ ਜਾਇਆ ਕਰੇਗਾ, ਸਾਡੇ ਦਰਸ਼ਨ ਉਦੋਂ ਹੀ ਹੋ ਜਾਇਆ ਕਰਨਗੇ। ਜਦੋਂ ਨਾਮ ਜਪਦਿਆਂ ਰਸ ਆ ਜਾਂਦਾ, ਸਮਝ ਲੈਣਾ ਸਾਧ ਸੰਗਤ ਜੀ ਗੁਰੂ ਦੇ ਦਰਸ਼ਨ ਹੋ ਰਹੇ ਹਨ। ਰਾਤ ਦਿਨ ਧਿਆਨ ਕਰਕੇ ਸਿਮਰਨ ਕਰਨ ਲੱਗੇ। ਇਸ ਤਰ੍ਹਾਂ ਲੋਕਾਂ ਦਾ ਬਹੁਤ ਕਲਿਆਣ ਹੋ ਗਿਆ। ਸਾਧ ਸੰਗਤ ਜੀ, ਇੱਥੋਂ ਦੇ ਰਾਜੇ ਨੂੰ ਵੀ ਪਰਮ ਗਤੀ ਪ੍ਰਾਪਤ ਹੋ ਗਈ। ਸਤਿਗੁਰ ਦੇ ਆਉਣ ਦੇ ਨਾਲ ਦੇਖੋ, ਪਹਿਲਾਂ ਕਿੱਡਾ ਵਿਚਾਰੀ ਰਾਜਾ ਸੀਗਾ, ਕਿੰਨਾ ਕੁਝ ਕਰਦਾ ਸੀ। ਇਲਾਕੇ ਦੇ ਲੋਕ ਉਸਨੂੰ ਕਿੰਨੀ ਨਫ਼ਰਤ ਕਰਦੇ ਸਨ। ਹੁਣ ਸਭ ਉਸਦਾ ਸਤਿਕਾਰ ਕਰਨ ਲੱਗੇ ਤੇ ਉਹ ਸਭ ਇਸਤਰੀਆਂ ਦੀ ਇੱਜ਼ਤ ਕਰਨ ਲੱਗਾ, ਸਤਿਕਾਰ ਕਰਨ ਲੱਗਾ। ਸੱਚੇ ਪਾਤਸ਼ਾਹ ਜੀ ਨੇ ਐਸੀ ਕਲਾ ਵਰਤਾਈ, ਮਹਾਰਾਜ ਜੀ ਦਾ ਸਿੱਖ ਬਣ ਗਿਆ। ਉਸ ਸੰਗਤ ਨੇ ਕੇਵਲ ਧਰਮਸ਼ਾਲਾ ਹੀ ਨਹੀਂ ਬਣਵਾਈ, ਸਗੋਂ ਸਿਮਰਨ ਵੀ ਕਰਨ ਲੱਗੇ ਤੇ ਗੁਰੂ ਜੀ ਦੀ ਮਰਿਆਦਾ ਦੇ ਅਨੁਸਾਰ ਵਾਹਿਗੁਰੂ ਦਾ ਨਾਮ ਜਪਣ ਲੱਗੇ ਤੇ ਉਹ ਕਦੇ ਮਨ ਵਿੱਚ ਮਾੜਾ ਵਿਚਾਰ ਨਹੀਂ ਲਿਆਉਂਦਾ ਤੇ ਪਰਾਈਆਂ ਇਸਤਰੀਆਂ ਦਾ ਸਤਿਕਾਰ ਕਰਨ ਲੱਗੇ। ਸਾਨੂੰ ਆਪਣੇ ਗੁਰੂ ਦੇ ਦਿੱਤੇ ਹੋਏ ਬਚਨਾਂ ਤੇ ਚੱਲਣਾ ਚਾਹੀਦਾ ਹੈ, ਉਹਨਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ, ਉਹਨਾਂ ਦੇ ਬਚਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਜੇ ਤੁਹਾਨੂੰ ਅੱਜ ਦੀ ਇਹ ਸਾਖੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।